ਸ਼ਲੋਕ ਮਹਲਾ ਦੂਜਾ। ਚਾਕਰ ਲਗੈ ਚਾਕਰੀ, ਨਾਲੇ ਗਰਭਵਾਦ। ਗੱਲਾਂ ਕਰੇ ਕਣੇਰੀਆਂ, ਖਸਮ ਨ ਪਾਏ ਸਾਧ। ਇਹ ਬਾਣੀ ਸ੍ਰੀ ਆਸਾ ਜੀ ਦੀ ਵਾਰ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ। ਗੁਰੂ ਅੰਗਦ ਦੇ ਪਾਸ ਇੱਕ ਗੁਰਮੁਖ ਪ੍ਰੇਮੀ ਆਇਆ। ਉਹ ਕਹਿਣ ਲੱਗਿਆ, ਕੋਈ ਐਸਾ ਸਿੱਖ ਹੈ ਜਿਹੜਾ ਪਰਮਾਤਮਾ ਦੇ ਭਾਣੇ ਨੂੰ ਸਹੀ ਅਰਥਾਂ ਵਿੱਚ ਮੰਨਦਾ ਹੈ ਔਰ ਫਿਰ ਉਹ ਸਭ ਕੁਝ ਜਾਣਦਾ ਹੋਵੇ ਕੀ ਹੋਣਾ ਹੈ, ਕੀ ਹੋ ਰਿਹਾ ਹੈ। ਔਰ ਉਹ ਕਹਿਣ ਲੱਗੇ ਕਿ ਗੁਜਰਾਤ ਦੇ ਅੰਦਰ ਇੱਕ ਸਾਡਾ ਸੇਵਕ ਹੈ ਨਾਮ ਲੈਵਾ, ਉਹਦਾ ਨਾਮ ਹੈ ਭਾਈ ਪਖਾਰੀ। ਤੋਂ ਉੱਥੇ ਚਲਿਆ ਜਾ। ਜਦੋਂ ਭਾਈ ਪਖਾਰੀ ਦਾ ਪਤਾ ਪੁੱਛ ਕੇ ਗਿਆ, ਅੱਗੇ ਉਹ ਇੱਕ ਟਾਟ ਦਾ ਤੱਪੜ ਬਣਾ ਰਿਹਾ ਸੀ, ਸੀ ਰਿਹਾ ਸੀਗਾ। ਰਾਮ ਰਾਮ ਬੋਲ ਕੇ ਬੈਠ ਗਿਆ। ਉਹ ਆਪਣੇ ਤੱਪੜ ਦੇ ਵਿੱਚ ਮਸਤ ਰਿਹਾ। ਜਦ ਤੱਪੜ ਸੀ ਹਟਿਆ, ਉਹਨੂੰ ਕਹਿੰਦਾ, ਹਾਂ ਭਾਈ ਕਿਵੇਂ ਆਉਣ ਹੋਏ? ਧੰਨ ਭਾਗ, ਗਰੀਬ ਦੀ ਕੁੱਲੀ ਵਿੱਚ ਆਇਆ ਹੈ। ਉਹਦਾ ਮੈਂ ਤੁਹਾਡੇ ਦਰਸ਼ਨਾਂ ਨੂੰ ਆਇਆ ਹੈ। ਉਹਨੇ ਮਹਿਮਾਨੀ ਦੇ ਤੌਰ ਦੇ ਉੱਤੇ ਲਿਜਾ ਕੇ ਘਰ ਵਿੱਚ ਦੱਸਿਆ ਕਿ ਮੈਨੂੰ ਕਾਫੀ ਕੰਮ ਹੈ, ਮਸ਼ਰੂਕ ਹੈ। ਮੇਰੇ ਲੜਕੇ ਦੀ ਸ਼ਾਦੀ ਹੈ, ਇਹ ਮਠਿਆਈ ਹੈ, ਇਹ ਉਸ ਦੀ ਜਰੀ ਹੈ, ਕੱਪੜੇ ਔਰ ਇਹ ਗਹਿਣੇ ਵਗੈਰਾ ਜੋ ਆਉਣ ਵਾਲੀ ਲੜਕੀ ਦੇ ਪਾਉਣੇ ਹੈ ਉਹ ਹੈ। ਸਭ ਕੁਝ ਦਿਖਾ ਕੇ ਇੱਕ ਫੱਟਾ ਦਿਖਾਇਆ, ਇੱਕ ਚਿੱਟਾ ਕੱਪੜਾ ਉੱਥੇ ਪਿਆ ਦਿਖਾਇਆ। ਕਹਿਣ ਲੱਗਿਆ, ਮੇਰਾ ਲੜਕਾ ਬੜੀ ਜਲਦੀ ਇਹ ਗੁਜ਼ਰ ਜਾਏਗਾ, ਇਸ ਫੱਟੇ ਤੇ ਪਾ ਕੇ ਲਿਜਾਣਾ ਤਾਂ ਕਿ ਫਿਰ ਜ਼ਿਆਦਾ ਇੰਤਜ਼ਾਰ ਨਾ ਕਰਨੀ ਪਏ। ਇਹ ਉਸ ਦਾ ਕੱਪੜਾ ਹੈ। ਹੁਣ ਗੁਰਮੁਖ ਪ੍ਰੇਮੀ ਨੇ ਸੋਚਿਆ ਕਿਤੇ ਐਸਾ ਨਾ ਹੋਏ ਕਿ ਇਹ ਐਵੇਂ ਹੀ ਗੱਲਾਂ ਕਰੀ ਜਾਂਦਾ ਹੈ। ਇਹ ਕੀ ਗੱਲ, ਜਿਹੜਾ ਜਦੋਂ ਇਸ ਨੂੰ ਸਭ ਕੁਝ ਪਤਾ ਹੈ ਤੇ ਇਹ ਵਿਆਹੇ ਕਿਉਂ ਲੜਕੇ ਨੂੰ? ਜਦ ਇਹ ਕਫਨ ਵਗੈਰਾ ਪਹਿਲਾਂ ਹੀ ਪਾਈ ਬੈਠਾ ਹੈ। ਖੈਰ, ਉਹਨੇ ਸੋਚਿਆ ਤਹਿਕੀਕਾਤ ਜ਼ਰੂਰੀ ਹੈ। ਆਖਰ ਇਸ ਰਾਜ ਨੂੰ ਦੇਖੀਏ ਤਾਂ ਸਹੀ ਕਿੱਥੋਂ ਕੁ ਤੱਕ ਸੱਚ ਹੈ, ਕਿਉਂਕਿ ਸਾਡੇ ਜਿਨ੍ਹਾਂ ਦੇ ਖੁਦ ਦੇ ਮਨ ਬੇਵਿਸ਼ਵਾਸੀ ਹੁੰਦੇ ਹੈ ਉਹ ਦੂਸਰੇ 'ਤੇ ਵੀ ਵਿਸ਼ਵਾਸ ਨਹੀਂ ਕਰਦੇ ਗੇ। ਟਾਈਮ ਆਇਆ, ਬਰਾਤ ਗਈ, ਲੜਕੀ ਵਾਲਿਆਂ ਨੇ ਲੜਕੀ ਤੋਰੀ। ਜੋ ਰੀਤੀ ਰਿਵਾਜ ਹਿੰਦੁਸਤਾਨ ਦਾ ਸ਼ਾਦੀਆਂ ਦਾ ਹੈ ਉਹ ਸਭ ਕੁਝ ਹੋਇਆ। ਜਦੋਂ ਆਏ ਘਰ ਦੇ ਅੰਦਰ, ਇੱਕ ਦੋ ਦਿਨਾਂ ਬਾਅਦ ਉਹ ਲੜਕਾ ਸਰੀਰ ਛੱਡ ਗਿਆ। ਫੱਟਾ ਔਰ ਕਫਨ ਜੋ ਉੱਤੇ ਪਾਉਣ ਵਾਲਾ ਸੀ ਉਹ ਪਹਿਲਾਂ ਹੀ ਤਿਆਰ ਸੀ, ਚੁੱਕਿਆ। ਉਸ ਬੱਚੇ ਦਾ ਸੰਸਕਾਰ ਕਰਿਆ ਹੈ। ਘਰੇ ਆ ਗਏ। ਹਿੰਦੁਸਤਾਨ ਦੇ ਅੰਦਰ ਮੁਰਦੇ ਨੂੰ ਬਾਹਰ ਸੰਸਕਾਰ ਕਰਕੇ ਘਰੇ ਆ ਕੇ ਕੱਪੜਾ ਵਿਛਾ ਕੇ ਬੈਠਦੇ ਹੈ। ਉਹ ਜਿਹੜਾ ਟਾਟ ਦਾ ਤੱਪੜ ਸੀ ਰਿਹਾ ਸੀਗਾ ਉਹ ਤਿਆਰ ਕਰਕੇ ਗਿਆ ਸੀਗਾ, ਉਹ ਵਿਛਾ ਦਿੱਤਾ। ਸਭ ਬੈਠ ਗਏ। ਕਿਸੇ ਨੇ ਕਿਹਾ ਕਿ ਮਾੜਾ ਹੋਇਆ ਵੀ ਹੁਣ ਇਹ ਲੜਕਾ ਵਿਆਹ ਕੇ ਲੈ ਸਾਂ, ਕਾਫੀ ਗੱਭਰੂ ਹੋਇਆ ਸੀ, ਖਰਚਾ ਹੋਇਆ। ਅਗਰ ਮਾਲਕ ਨੇ ਲਿਜਾਣਾ ਸੀ ਤਾਂ ਪਹਿਲੇ ਲੈ ਜਾਂਦਾ, ਅੱਛਾ ਹੁੰਦਾ। ਆਪੋ ਆਪਣੀ ਬੋਲੀਆਂ, ਹਰ ਇੱਕ ਨੇ ਬੋਲੀਆਂ ਹਮਦਰਦੀ ਦੀਆਂ।
ਲੇਕਿਨ ਭਾਈ ਭਿਖਾਰੀ ਚੁੱਪ ਸੀਗਾ। ਜਦ ਉਸ ਗੁਰਮੁਖ ਪ੍ਰੇਮੀ ਨੇ ਇਕਾਂਤ ਵਿੱਚ ਕਿਹਾ ਕਿ ਇਹ ਕੀ ਕੌਤਕ ਹੈ ਜਦ ਤੈਨੂੰ ਇੰਨਾ ਸਭ ਕੁਝ ਪਤਾ ਸੀਗਾ, ਤੱਪੜ ਤੱਕ ਵੀ ਥੱਲੇ ਬੈਠਣ ਨੂੰ ਤਿਆਰ ਕੀਤਾ, ਕਫਨ ਤੱਕ ਤਿਆਰ ਕੀਤਾ, ਸਭ ਕੁਝ ਕੀਤਾ, ਫਿਰ ਤੈਨੂੰ ਇੰਨਾ ਅਡੰਬਰ ਰਚਣ ਦੇ ਵਿੱਚ ਕੀ ਲੋੜ ਸੀ? ਜਦ ਤੂੰ ਅੰਦਰ ਜਾਣਾ ਹੈ ਤੂੰ ਖੁਦ ਕਿਉਂ ਨਹੀਂ ਇਸ ਵਕਤ ਨੂੰ ਟਾਲ ਦਿੱਤਾ? ਕਮ ਸੇ ਕਮ ਆਪਣੇ ਬੱਚੇ ਵਾਸਤੇ ਤਾਂ ਜ਼ਰੂਰੀ ਹੈ। ਫਿਰ ਉਹ ਕਹਿਣ ਲੱਗਿਆ, ਜੇ ਤੂੰ ਨਹੀਂ ਕਰ ਸਕਦਾ ਸੀ, ਜੋ ਤੂੰ ਅੰਦਰ ਜਾਣਾ ਹੈ, ਅੰਦਰ ਸ਼ਬਦ ਗੁਰੂ ਦੇ ਅੱਗੇ, ਗੁਰੂ ਅੰਗਦ ਦੇ ਅੱਗੇ ਤੂੰ ਬੇਨਤੀ ਕਰਦਾ, ਇਸ ਵਕਤ ਨੂੰ ਉਹ ਟਾਲ ਦਿੰਦਾ, ਉਹ ਸਭ ਕੁਝ ਕਰਨ ਕਾਰਨ ਹੈ। ਉਹ ਹੱਸ ਪਿਆ। ਉਹ ਕਹਿਣ ਲੱਗਿਆ, ਦੇਖ ਵੀ ਪਿਆਰਿਆ, ਉਹ ਸਿੱਖ ਨਹੀਂ, ਉਹ ਸਤਸੰਗੀ ਨਹੀਂ, ਜੋ ਆਪਣੀ ਰੂਹਾਨੀ ਕਮਾਈ ਨੂੰ ਇਸ ਪਿੱਛੇ ਵਰਤਦਾ ਹੈ ਜਾਂ ਆਪਣੇ ਗੁਰੂ ਨੂੰ ਇਹ ਕਹਿੰਦਾ ਹੈ ਕਿ ਇਸ ਮੁਰਦੇ ਨੂੰ ਠੀਕ ਕਰ, ਇਸ ਮੇਰੇ ਦੁੱਖ ਨੂੰ ਠੀਕ ਕਰ, ਇਹ ਸਿੱਖੀ ਨਹੀਂ ਬਲਕਿ ਇਹ ਮਤਬਲ ਹੈ, ਮਤਬਲ ਪ੍ਰਸਤ ਹੈ। ਜਦ ਮਤਬਲ ਪੂਰਾ ਹੋਇਆ ਪਿਆਰ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ ਹੈ। ਸੋ ਇਹ ਸ਼ਬਦ ਦੇ ਅੰਦਰ ਉਹ ਬੜੇ ਪਿਆਰ ਨਾਲ ਸਮਝਾਉਂਦੇ ਹੈ ਕਿ ਸੇਵਕ ਉਹ ਹੈ, ਚਾਕਰ ਉਹ ਹੈ, ਨੌਕਰ ਉਹ ਹੈ ਜੋ ਮਾਲਕ ਦਾ ਹੁਕਮ ਮੰਨੇ, ਮਾਲਕ ਦੇ ਭਾਣੇ ਵਿੱਚ ਰਹੇ। ਜੇ ਉਹ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਮੇਰੇ ਵਰਗਾ ਕੌਣ ਹੈ, ਕਹਿਣ ਲੱਗੇ ਉਹ ਮਾਲਕ ਦੀ ਖੁਸ਼ੀ ਨਹੀਂ ਪਾ ਸਕਦਾਗਾ। ਇਹ ਗੱਲਾਂ ਦਾ ਮਜਬੂਨ ਨਹੀਂ, ਔਰ ਗੱਲਾਂ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਆਪਣੇ ਉੱਪਰ, ਸਾਹਿਬ ਨੂੰ ਆਪਣੇ ਉੱਪਰ ਖੁਸ਼ ਨਹੀਂ ਕਰ ਸਕਦੇਗੇ, ਔਰ ਗੱਲਾਂ ਨਾਲ ਅਸੀਂ ਨਾਮ ਦਾ ਰਸ, ਸ਼ਬਦ ਦਾ ਰਸ ਪ੍ਰਾਪਤ ਨਹੀਂ ਕਰ ਸਕਦੇਗੇ। This is the Bani from Asaji Diwar of Guru Angad Dev Ji Maharaj. Once a Gurumukh dear one came to Guru Angad Dev Ji Maharaj and asked him that, Master, is there any disciple of yours who understands the will of God in its real meaning, in its real sense? Is there anyone who, even after knowing everything that what is going to happen and what will happen in his lifetime, still remains content in the will of God? Is there anyone, any disciple of yours like that? Guru Angad Dev Ji Maharaj told him lovingly that, yes, dear one, in the place called Gujarat, there is one initiate of mine whose name is Bhai Bukhari, and you go to him and you will find all these qualities in him. So that Gurumukh dear one went to Gujarat, and when he went to that initiate of Guru Angad Dev, whose name was Bhai Bukhari, he saw him weaving a mat. So the dear one, the Gurumukh dear one went there, and that Bhai Bukhari greeted him, he welcomed him there, but he continued doing his work of weaving the mat. After he finished his work, he asked that Gurumukh dear one, saying that, yes, dear one, now you tell me that why you have come, what is the reason of your coming here? So that Gurumukh dear one told Bhai Bukhari that he had been told by Guru Angad Dev to go and see you, that is why I have come to have your darshan. Bhai Bukhari welcomed him to his home, and he told him that he was very busy doing the work because his son was going to get married very soon. Bhai Bukhari showed him all the sweets which they had prepared for the people who would come there to attend the wedding. He also showed him the clothes which they had made for the bride, and also the jewelry and the things which they had prepared and collected for the wedding. After showing him all those things, Bhai Bukhari also showed him a white piece of cloth which usually people use to cover the dead bodies, and he also showed him one piece of wood. Bhai Bukhari told him that after my son gets married, in few days he will leave the body, so that is why I have also kept ready this white piece of cloth to cover his dead body, and on this piece of wood I will take him to the cremation ground. Now that Gurumukh dear one who had come to see Bhai Bukhari was very surprised, and he thought that maybe Bhai Bukhari is saying all these things just for the sake of saying, and maybe whatever he is saying is not going to happen, it is not true. Because usually when we do not have faith in our own selves, when we do not have confidence in our own self, then we do not have faith in the other people saying also.
since we do not have any confidence in our own selves, that is why we think that the other people are also like us and they also are not saying the truth. But since that dear one had come all the way just to see the reality, that is why he thought that I should wait here and see what happens and how much real the words of Bhai Bukhari are. So after a day or so, the wedding of that son took place. They took out the wedding procession. The groom went to the bride's place and everything happened according to the Indian tradition. The parents of the bride, they did everything as they do in the weddings, and after all the rites and rituals, the bride came to Bhai Bukhari's home, and after a day or two, his son left the body. So Bhai Bukhari, since he had everything all prepared, that white piece of cloth and also the coffin and that piece of wood, so for him it was not difficult to do all the things, and he took the dead body of his son to the cremation ground, and after cremating the body, when all of them came back to home, they sat on the mat which he was weaving when that Gurmukh dear one had come to see him. So in India it is a tradition that after they come back from the cremation ground, after cremating the dead body, they sit in the sympathy, and in that way they mourn the death of the person. Over there, everyone who was sitting there, they all were talking according to their own understanding. Somebody was saying that it was very bad thing happened, that your son left the body. If God wanted to take him back, he should have taken him back before he got married. If God was going to take him, why did he let him get married? And it was very bad, you spent so much money in the wedding and things like that. But Bhai Bukhari did not say anything, he just kept quiet. After some time, that Gurumukh dear one who had come to see Bhai Bukhari, he got some time away from the other dear ones, and he took Bhai Bukhari in a corner and he asked him that, dear one, what is all this play? I don't understand what is all happening. If you had known from the very beginning that all this is going to happen, then why didn't you try to avoid it? Since you go in the within and you knew that first your son will get married and then he will leave the body, and that is why you had made all the arrangements beforehand. You had even made this mat on which people are sitting to mourn the death of your son. If you had known all these things from the very beginning, why didn't you do anything to avoid all this? And since we were going in the within, why didn't you do anything to avoid all this? Suppose if you are not capable of doing that, at least you should have told the Shabad Guru, Guru Angad Dev Ji Maharaj. He is all powerful, he is omnipotent, and if you had requested, he would have definitely avoided this. He would have definitely done something so that you may not have to go through all these sufferings. Bhai Bukhari then replied that, look here, oh dear one, the disciple who tells the master to put the life into the dead body, or the disciple who tells the master to change the will of God for him, in fact is not the disciple of the master. If he is doing the devotion of Lord only for fulfilling his own interest, only for fulfilling his own desires, he cannot be called as a real lover of the master, he cannot be called as a devotee of the master. So here in this hymn, Guru Angad Dev Ji Maharaj is talking about the qualities of the lovers of the master. He says that if one is a servant of the master, if one is the devotee of the master, he will not make any excuses and he will always remain content and happy in the will of God. A servant or a devotee of the master cannot make any excuses, and if a devotee is doing the things for the master only for fulfilling his own desires and for fulfilling his own self-interest, he cannot be called as the lover of the master, and such a disciple, such a servant of the master can never please Almighty Lord on him. ਸੰਤ ਮਹਾਤਮਾ ਕੁਦਰਤ ਦੇ ਨਿਯਮਾਂ ਮੁਤਾਬਕ ਇਸ ਸੰਸਾਰ ਉੱਤੇ ਆਪਣਾ ਜੀਵਨ ਬਤੀਤ ਕਰਦੇ ਆ। ਆਪਦੇ ਸੇਵਕਾਂ ਨੂੰ ਵੀ ਇਹੀ ਹਦਾਇਤ ਕਰਦੇ ਆ ਕਿ ਕੁਦਰਤ ਕਾਨੂੰਨ ਦੇ ਕਦੇ ਖਿਲਾਫ ਨਾ ਚੱਲੋ।
ਅਗਰ ਭਗਤੀ ਮਾਰਗ ਵਿੱਚ ਪੈਰ ਰੱਖਣਾ ਚਾਹੁੰਦੇ ਹੋ, ਤਰੱਕੀ ਕਰਨਾ ਚਾਹੁੰਦੇ ਹੋ, ਬਾਬਾ ਸਾਵਣ ਸਿੰਘ ਮਹਾਰਾਜ ਜੀ ਸਦਾ ਹੀ ਚੇਤਾਵਨੀ ਦਿੰਦੇ ਰਹੇ ਕਿ ਜੋ ਲੋਕ ਇਹ ਕਹਿੰਦੇ ਆ ਸਤਿਗੁਰਾਂ ਅੱਗੇ ਕਿ ਸਾਡਾ ਮੁਕੱਦਮਾ ਫਤਿਹ ਕਰ, ਸਾਡਾ ਬੱਚਾ ਬਿਮਾਰ ਆ ਉਹਨੂੰ ਰਾਜੀ ਕਰ, ਸਾਡਾ ਇਹ ਦੁੱਖ ਦੂਰ ਕਰ ਔਰ ਸਾਡੀ ਉਹ ਬਿਮਾਰੀ ਦੂਰ ਕਰ, ਉਹ ਲੋਕ ਰੂਹਾਨੀਅਤ 'ਚੋਂ ਕੀ ਫਾਇਦਾ ਉਠਾਉਣਗੇ? ਉਹਨਾਂ ਦੇ ਰੂਹਾਨੀਅਤ ਗੁਰੂ ਮਤ ਸਮਝ ਵਿੱਚ ਨਹੀਂ ਰਹੀ। ਫਿਰ ਉਹ ਕਹਿੰਦੇ ਹੁੰਦੇ, ਮੈਂ ਦਰਦ ਨਾਲ ਕਹਿਣਾ ਕਿ ਐਸੇ ਲੋਕ ਘਰੇ ਹੀ ਬੈਠੇ ਰਹਿਣ ਕਿਉਂਕਿ ਉਹਨਾਂ ਨੂੰ ਰੂਹਾਨੀਅਤ ਦਾ ਗਿਆਨ ਨਹੀਂ। ਦੁੱਖ ਸੁੱਖ, ਗਰੀਬੀ ਅਮੀਰੀ, ਬਿਮਾਰੀ ਤੰਦਰੁਸਤੀ, ਅਸੀਂ 6 ਚੀਜ਼ਾਂ ਲਿਖਾ ਕੇ ਲਿਆਏ ਹਾਂ। ਅਜੇ ਸਾਡੇ ਸਰੀਰ ਦੀ ਰਚਨਾ ਨਹੀਂ ਹੋਈ ਸੀ, ਇਹ ਪ੍ਰਲਬਤ ਪਹਿਲੇ ਹੀ ਲਿਖੀ ਗਈ ਸੀਗੀ। ਤੁਲਸੀ ਸਾਹਿਬ ਵੀ ਕਹਿੰਦੇ ਹੈ, ਪਹਿਲੇ ਬਣੀ ਪ੍ਰਲਬਤ ਪਾਛੇ ਬਣਿਆ ਸਰੀਰ, ਤੁਲਸੀ ਦਾਸਾ ਖੇਲ ਅਚਰਜ ਹੈ ਪਰ ਮਨ ਨਹੀਂ ਬਣਦਾ ਧੀਰ। Saints and Mahatmas live in this world according to the rules and laws of the nature, and they tell their disciples also, they inspire their disciples also to live according to the rules and regulations and the laws of the nature. They tell us that if you have stepped into this path of devotion and if you want to become successful in this path, then you should always accept the will of Lord and you should always live according to the rules, according to the laws of the nature. You should never go against the will of God, because both Master Sawan Singh and Master Kripal Singh Ji in their satsangs used to say that those people who come to the masters and in those people who come to the masters and attend the satsangs with the desire that their lawsuits should be decided in their favor, or those who request the master that their children, their son is sick and he should remove the sickness of the son, or those who come to the masters requesting only for the worldly things, those people have not yet understood the meaning of spirituality. They have not understood the teachings of this path. They used to say that we are very sorry to say that such people who come to the masters only to fulfill their worldly desires and only to request for the worldly things, it is better for them not to come in the satsangs. They should better stay at their homes, because what such people can gain from the master, since they have not understood the meaning of the spirituality and the path. Because pains and comforts, sickness and good health, poverty and richness, these 6 things are something which are written in our fate, and our paralabdha or the fate karmas are written even before our body is created. And all the things which are going to happen in our life, they must happen, and they do happen on the exact time, and there is no way we can avoid them, there is no way we can get rid of them. Tulsi Sahib also says that, oh Tulsi, before this body was created, the paralabdha or the fate karmas were written down in our fate. This is a very unique play, but our mind does not become patient. ਕਿਉਂਕਿ ਬਾਬਾ ਜੈਮਲ ਸਿੰਘ ਕਹਿੰਦੇ ਹੁੰਦੇ ਸੀਗੇ, ਬਹੁਤ ਪ੍ਰੇਮੀਆਂ ਨੂੰ ਪਹਿਲਾਂ ਦਰਸ਼ਨ ਹੁੰਦੇ ਰਹਿੰਦੇ ਹੈ, ਬਿਮਾਰੀ ਦੇ ਦਿਨਾਂ ਵਿੱਚ ਦਰਸ਼ਨ ਨਹੀਂ ਹੁੰਦੇ, ਉਹ ਤੜਫਦੇ ਹੈ, ਫਰਿਆਦ ਕਰਦੇ ਹੈ। ਉਹ ਕਹਿਣ ਲੱਗੇ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਸੇਵਕ ਕਿਤੇ ਅਰਜ਼ ਨਾ ਕਰ ਦੇਵੇ ਕਿ ਮੇਰੀ ਬਿਮਾਰੀ ਨੂੰ ਕੱਟ ਦਿਓ, ਤਾਂ ਕਿ ਉਹਦਾ ਕੋਈ ਪ੍ਰਲਬਧ ਕਰਮ ਰਹਿ ਨਾ ਜਾਏ। ਸੰਤ ਨਹੀਂ ਚਾਹੁੰਦੇ ਕਿ ਸਾਡਾ ਸੇਵਕ ਕੋਈ ਗਮਾਰੇ ਸੰਸਾਰ ਵਿੱਚ ਫਿਰ ਆ ਕੇ ਹਾਈ ਲਵਾਵੇ। Baba Jaimal Singh Ji used to say that many dear ones get the darshan of the master on other times, but when they are sick, they do not get the darshan of the master. The reason for that is that if the disciple gets the darshan of the master when he is sick, it is possible that he may request the master to take the burden of his karmas, and in that way it is possible that his prarabdha or the fate karmas may remain unfinished, and the masters never want that disciple should come back into this world of suffering again. That is why sometimes during the time of the sickness of the disciples, the masters do not give them the darshan. ਆਪਦੇ ਬੱਚੇ ਨੂੰ ਦੇਖ ਕੇ ਦੁਨਿਆਵੀ ਪਿਤਾ ਵੀ ਖੁਸ਼ ਨਹੀਂ ਹੁੰਦਾਗਾ। ਸੰਤਾਂ ਦੇ ਅੰਦਰ ਤਾਂ ਹਜ਼ਾਰਾਂ ਮਾਤਾ ਪਿਤਾ ਜੈਸਾ ਹਮਦਰਦੀ ਹੁੰਦੀ ਹੈ। ਉਹ ਕਿਸ ਤਰ੍ਹਾਂ ਆਪਦੇ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਸਕਦੇ ਹੈ, ਮਨਾਸਬ ਉਸ ਦਾ ਮਦਦ ਕਰਦੇ ਰਹਿੰਦੇ ਹੈ। ਲੇਕਿਨ ਸਾਨੂੰ ਜੀਵਾਂ ਨੂੰ ਇਹ ਨਹੀਂ ਪਤਾ ਅਸੀਂ ਮੰਗਣਾ ਕੀ ਹੁੰਦਾ ਹੈ। Not even the worldly parents become happy looking at the pains of their children. Then how can we expect our master to become pleased when he sees us in a painful condition? Because the masters have
love of more than thousands of parents' love put together. They do extend the feasible help, but we people do not know that what we should ask from them and what kind of help we should seek from them. ਸਿੱਖ ਔਰ ਸੰਤਾਂ ਦੇ ਅੰਦਰ ਹਮੇਸ਼ਾ ਹੀ ਸਾਡੀ ਜ਼ਿੰਦਗੀ ਦੇ ਅੰਦਰ ਐਸੇ ਵਾਕਿਆਤ ਹੁੰਦੇ ਰਹਿੰਦੇ ਹੈ। ਸੇਵਕ ਆਪਦੇ ਅੱਖੀਂ ਵੀ ਦੇਖਦਾ ਹੈ ਕਿ ਮੇਰੀ ਗੁਰੂ ਨੇ ਮਦਦ ਕੀਤੀ। ਸਾਡੇ ਪਾਸ ਕਈ ਪੱਤਰ ਕਈ ਤਾਰਾਂ ਪ੍ਰੇਮੀਆਂ ਦੀਆਂ ਆਉਂਦੀਆਂ ਰਹਿੰਦੀਆਂ ਹਨ, ਲੇਕਿਨ ਸੰਤ ਅੱਗੋਂ ਇਹ ਹੀ ਕਹਿੰਦੇ ਆ, ਅੱਛਾ ਬਈ ਮੈਂ ਆਪਦੇ ਗੁਰੂ ਦਾ ਧੰਨਵਾਦ ਕਰਦਾ, ਇਹ ਉਸ ਗੁਰੂ ਨੇ ਮਦਦ ਕੀਤੀ ਹੈ। In the lives of the disciples and the masters, many such incidents take place where the masters have always extended the help to the disciples. They have always helped the disciples. We receive many letters, many cables in which people tell that how the master came there to help them. And I always tell them that yes, I am very grateful to my master who took care of you and who has helped you. ਕਈਆਂ ਦੇ ਬੱਚੇ ਵੀ ਮੌਤ ਦੇ ਮੂੰਹ ਚੋਂ ਕੱਢੇ ਸਤਿਗੁਰਾਂ ਨੇ, ਉਹਨਾਂ ਦੇ ਵੀ ਪੱਤਰ ਆਉਂਦੇ ਹੈ, ਪੱਪੂ ਪੜ੍ਹ ਕੇ ਸੁਣਾਉਂਦਾ ਹੈ। ਫਿਰ ਵੀ ਉਹਨਾਂ ਨੂੰ ਇਹ ਲਿਖਾਉਂਦੇ ਹੈ ਕਿ ਬਈ ਅਸੀਂ ਆਪਦੇ ਗੁਰੂ ਕਿਰਪਾਲ ਦਾ ਧੰਨਵਾਦ ਕਰਦੇ ਹਾਂ। ਇਹ ਸਭ ਉਸੇ ਦਾ ਹੀ ਖੇਲ ਹੈ, ਉਸੇ ਦੀ ਮਦਦ ਹੈ। Sadgurus even save the children of many people from the death. We receive many letters like that and Papu reads them all. And I always write them back that I am very grateful to my master. I thank my master because this is all his glory, this is all his grace. आप गराइन सेवा करी ता किछ पाए मान। ਆਪ ਕਹਿੰਦੇ ਆਪਣੇ ਆਪ ਨੂੰ ਵਿੱਚੋਂ ਕੱਢ ਲਵੇ, ਫੇਰ ਨਾਮ ਜਪੇ, ਫੇਰ ਸੇਵਾ ਕਰੇ, ਫੇਰ ਭਜਨ ਸਿਮਰਨ ਕਰੇ। ਕਹਿਣ ਲੱਗੇ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਮਾਨ ਮਿਲਦਾ ਹੈ, ਜਗ੍ਹਾ ਮਿਲਦੀ ਹੈ। Now he says that if one eliminates himself from this, if one removes himself from this, and if he does the meditation, if he does the seva, if he works for the master, after removing himself, only then he gets the honor, he gets the glory in the court of Lord. नानक जिसनु लगा तिस मिले लगा सो परवान। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਹੈ, ਗੁਰੂ ਸਾਤੋਂ ਘਾਸ ਖਦਾਏ, ਭਜਨ ਸਿਮਰਨ ਕਰਾਏ, ਟੋਕਰੀ ਚੁਕਾਏ, ਲੰਗਰ ਦਾ ਜਲ ਭਰਾਏ। ਜੋ ਵੀ ਸਾਨੂੰ ਉਹ ਸੇਵਾ ਦਿੰਦਾ ਹੈ, ਸਾਨੂੰ ਆਪਦੇ ਉੱਚੇ ਭਾਗ ਸਮਝ ਕਰਕੇ ਉਹ ਕਰ ਲੈਣੀ ਚਾਹੀਦੀ ਹੈ। ਅਸੀਂ ਜਿੱਥੇ ਵੀ ਗੁਰੂ ਦੇ ਲਾਏ ਲੱਗ ਜਾਂਦੇ ਹਾਂ, ਕਹਿੰਦੇ ਉਹੀ ਸੇਵਕ ਪ੍ਰਵਾਨ ਹੈ, ਉਹੀ ਸੇਵਾ ਕੀਤੀ ਸਾਡੀ ਮਨਜ਼ੂਰ ਹੁੰਦੀ ਹੈ। Guru Angad Dev Ji Maharaj says that even if the master tells us, even if the master makes us cut the grass, even if he makes us carry the water for the langar, even if he makes us do the meditation, even if he makes us do any kind of seva for the sangat, for himself, we should, without any excuses, we should do that, because the disciple who does the seva of the master without presenting any excuses, without making any excuses, only such a disciple is accepted in the Lord, in the court of Lord, and only such a disciple's seva is also accepted, because whatever work master gives him to do, he should do that. ਆਪ ਕਹਿੰਦੇ ਆ, ਸਾਥ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੇ। He says that only that seva is successful in which the Sadguru is pleased. महला दूजा जो जी होए सो उगवै मोह का कहया बीजे बिख मंगे अमृत वेखो एहो ਆਪ ਪਿਆਰ ਨਾਲ ਕਹਿੰਦੇ ਹੈ ਕਿ ਜੋ ਜੀ ਦੇ ਵਿੱਚ ਹੁੰਦਾ ਹੈ, ਮਨ ਦੇ ਅੰਦਰ ਹੈ, ਉਹੀ ਉਗਦਾ ਹੈ। ਮੂੰਹ ਦਾ ਕਹਿਣ ਤਾਂ ਜਿਸ ਤਰ੍ਹਾਂ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਹੀ ਜਾਂਦਾ ਹੈ, ਉਹ ਸਾਡੇ ਕਿਸੇ ਵੀ ਕੰਮ ਨਹੀਂ ਆਉਂਦਾਗਾ। ਅਸੀਂ ਸਾਰੇ ਹੀ ਕਹਿੰਦੇ ਹਾਂ ਕਿ ਅਸੀਂ ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਲੇਕਿਨ ਅਸੀਂ ਕਦੇ ਇਹ ਲੇਖਾ ਜੋਖਾ ਨਹੀਂ ਡੈਰੀ ਦੇ ਅੰਦਰ ਕੀਤਾ ਕਿ
ਘੰਟਾ ਅਸੀਂ ਅਭਿਆਸ ਤੇ ਬੈਠੇ, ਕਿੰਨੇ ਦਫਾ ਸਾਡਾ ਮਨ ਸਾਨੂੰ ਖੁਸ਼ ਕਰਕੇ ਗਿਆ, ਕਿੰਨੇ ਦਫਾ ਅਭਿਆਸ 'ਚ ਬੈਠਾ ਹੀ ਕਿਸੇ ਨੂੰ ਗਾਲੀਆਂ ਕੱਢਦਾ ਰਿਹਾ ਜਾਂ ਕਿਸੇ ਦੇ ਨਾਲ ਗੱਲਾਂ ਕਰਦਾ ਰਿਹਾ ਜਾਂ ਕਿਸੇ ਦੀ ਚੁਗਲੀ ਨਿੰਦਿਆ ਕਰਦਾ ਰਿਹਾ। ਸਿਰਫ ਉੱਠ ਕੇ ਅਸੀਂ ਘੰਟਾ ਭਰ ਲਿਖ ਦਿੰਨੇ ਹੈ, ਲੇਕਿਨ ਕਦੇ ਵੀ ਮਨ ਦੀ ਚੌਂਕੀਦਾਰੀ ਨਾ ਕੀਤੀ ਕਿ ਅਸੀਂ ਇਹ ਘੰਟੇ ਦੇ ਵਿੱਚ ਅਭਿਆਸ ਕੀਤਾ ਜਾਂ ਕੁਝ ਹੋਰ ਕੀਤਾ। Lovingly, he says that whatever a jiva has in his mind, only that comes out. Whatever he is speaking from his mouth, it is just like blowing of the air. It means that it does not have any effect, whatever he is speaking from his mouth. But whatever he has in his within, whatever he has in his mind, only that is effective. We people do the meditation, and in the diary form we write down that we meditated for 2 hours or 3 hours and like that. But in those 2-3 hours which we have written down that we did the meditation, we do not realize and we do not pay any attention to that, how much time from that we did the Simran, and how many times our mind wandered here and there, how many times we criticized others, and how many times our mind ran away here and there. But when we get up from the meditation, we say that we have meditated for 2-3 hours and we write down in that diary form, but we do not realize, we do not pay so much attention to our mind that how much time from the meditation he really meditated. ਮੈਂ ਆਪਣੀ ਜੀਵਨ ਗਾਥਾ ਦੱਸਦਾ ਹੁੰਦਾ ਕਿ ਮੇਰਾ 8 ਘੰਟੇ ਦਾ ਅਭਿਆਸ ਸੀਗਾ। ਜਦ ਮੈਂ ਬਾਬਾ ਬਿਸ਼ਨ ਦਾਸ ਨੂੰ ਨਹੀਂ ਮਿਲਿਆ ਸੀ, ਪਹਿਲਾਂ ਦੀ ਬਾਤ ਹੈ ਬਚਪਨੇ ਦੀ, ਮੈਨੂੰ ਬਚਪਨੇ ਤੋਂ ਹੀ ਆਦਤ ਸੀਗੀ ਕਿਸੇ ਨਾ ਕਿਸੇ ਲਫ਼ਜ਼ ਦਾ ਮੈਂ ਜਾਪ ਕਰਦਾ ਰਹਿੰਦਾ ਸੀ। ਜਦ ਬਾਬਾ ਬਿਸ਼ਨ ਦਾਸ ਕੋਲੇ ਗਏ, ਉਹ ਕਹਿਣ ਲੱਗਿਆ ਕਦੇ ਅੰਦਰਲਾ ਠਹਿਰਿਆ? ਮੈਂ ਆਖਿਆ ਜੀ ਨਹੀਂ, ਜਾਂ ਤਾਂ ਜਦੋਂ ਮੈਂ ਸ਼ੁਰੂ ਕਰਦਾ ਉਸ ਵੇਲੇ ਪਤਾ ਹੈ, ਜਾਂ ਜਦੋਂ ਮੈਂ ਉੱਠਦਾ ਹਾਂ ਉਸ ਵੇਲੇ 2 ਮਿੰਟ ਪਤਾ ਲੱਗਦਾ ਹੈ, ਬਾਕੀ ਦੇ ਵਕਤ ਦਾ ਪਤਾ ਹੀ ਨਹੀਂ ਕਿੱਧਰ ਟੱਪ ਗਿਆ ਹੈ। ਲੇਕਿਨ ਹੰਕਾਰ ਅਲੱਗ ਸੀਗਾ ਕਿ ਮੈਂ ਇਤਨਾ ਜਾਪ ਕਰਦਾ ਹਾਂ। Regarding myself, I have often said that how I used to do the practice. This was before I met Baba Bishan Das. It was in my childhood, because as I have said earlier, that I always had the habit of doing the repetition of one or the other word. So before I met Baba Bishan Das, I used to repeat the words for 8 hours at a stretch. But when I met Baba Bishan Das, he asked me that does the one who is within you remain still in your within? He meant that does my mind still remain still? I told him that I don't know about that. I remember that I remain aware either only in the beginning when I start doing my repetition, or towards the end when I am about to finish the repetition. But I don't remember what happens in between, and I don't know whether my mind remains there or not. But I do have this ego, I do have this pride that I sit for so much time. ਜਿਹੜੇ ਤਾਂ ਭਜਨ ਅਭਿਆਸ ਕਰਦੇ ਹੈ, ਸਰੀਰ ਦੀ ਦੇਖਭਾਲ ਕਰਦੇ ਹੈ, ਅੱਛੇ ਖਿਆਲ ਹੈ, ਉਹ ਇਹ ਸ਼ਿਕਾਇਤ ਨਹੀਂ ਕਰਦੇ ਕਿ ਸਾਡੀ ਤਰੱਕੀ ਨਹੀਂ ਹੋਏਗੀ। ਜਿਹੜੇ ਲੋਕ ਭਜਨ ਅਭਿਆਸ ਨਹੀਂ ਕਰਦੇ, ਸਰੀਰ ਦੀ ਵੀ ਦੇਖਭਾਲ ਨਹੀਂ ਕਰਦੇਗੇ ਕਿ ਸਾਡਾ ਮਨ ਕਿੱਧਰ ਜਾ ਰਿਹਾ ਹੈ, ਉਹ ਸਦਾ ਹੀ ਸ਼ਿਕਾਇਤ ਕਰਦੇ ਹੈ ਜੀ ਸਾਡੀ ਤਰੱਕੀ ਨਹੀਂ ਹੋਏਗੀ। ਔਰ ਜਦ 1 ਮਿੰਟ ਉਹਨਾਂ ਦੀ ਗੱਲ ਸੁਣਦੇ ਆ, ਫਿਰ ਜਿਹੜੀਆਂ ਕਮਜ਼ੋਰੀਆਂ ਜਾਂ ਮਨ ਤੋਂ ਕੰਮ ਲੈਂਦੇ ਉਹ ਸਾਰਾ ਕੁਝ ਹੀ ਦੱਸ ਦਿੰਦੇ ਹੈ। ਫਿਰ ਉਹਨੂੰ ਪਿਆਰ ਨਾਲ ਕਹੀਦਾ ਵੀ ਦੇਖ ਪਿਆਰਿਆ, ਤੂੰ ਸੋਚ ਕੇ ਦੇਖ ਲੈ ਕਿ ਤੂੰ ਭਜਨ ਅਭਿਆਸ ਕਰਦਾ ਹੈ। ਸੋ ਇਸ ਵਾਸਤੇ ਕਹਿਣ ਲੱਗੇ ਮੂੰਹ ਦਾ ਕਿਹਾ ਕੰਮ ਨਹੀਂ ਆਉਂਦਾ, ਸੰਤ ਮਤ ਕਰਨੀ ਦਾ ਮਜਬੂਨ ਹੈ, ਗੱਲਾਂ ਦਾ ਨਹੀਂ। Those who do the bhajan and simran, and those who introspect their body, those who minutely see that what is happening when they are meditating, they never make this complaint, they never complain that they are not progressing. But those who do not do the bhajan and simran, and those who do not minutely watch the activity of their mind, they always complain that they are not progressing in the meditation. When I listen to them for a couple of minutes, then they themselves tell me about all the faults and all the mistakes and lackings they have, and then I lovingly tell them that, dear one, do you meditate? So here he says that whatever we do, whatever we have in our mind, only that becomes effective. Just by talking about the things, we do not get anywhere. And in the Sant Mat, it is not the matter of talking, it is the matter of practice. ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਦੇਖੋ ਇਹਦਾ ਨਿਆਂ ਤਾਂ ਕੈਸਾ ਹੈ, ਬੀਜ ਦਾ ਵਿਉ ਹੈ, ਮੰਗਦਾ ਅੰਮ੍ਰਿਤ ਹੈ, ਉਹ ਇਹਨੂੰ ਵਿਉ ਦਾ ਪੌਦਾ ਬੀਜ ਕੇ ਕਿਸ ਤਰ੍ਹਾਂ ਅੰਮ੍ਰਿਤ ਮਿਲ ਸਕਦਾ ਹੈ। ਪ੍ਰੀਤ ਸਾਹਿਬ ਨੇ ਕਿਹਾ ਜੱਟ ਘਰਾਂ ਦੇ ਅੰਦਰ ਖਤਾਉਂਦਾ ਤਾਂ
ਭੇਡਾਂ ਦੀ ਉੱਨ ਹੈ, ਰੇਸ਼ਮ ਦਾ ਪੱਟ ਕਿੱਥੋਂ ਮਿਲੇ, ਕਿਕਰਾਂ ਦੇ ਬੀਜ ਬੀਜਦਾ ਹੈ, ਔਰ ਬਜੌਰ ਦੇਸ਼ ਦੀਆਂ ਦਾਖਾਂ ਅੰਗੂਰ ਇਹਨੂੰ ਕਿਸ ਤਰ੍ਹਾਂ ਮਿਲ ਸਕਦੇ ਆ ਖਾਣ ਨੂੰ। Guru Angad Dev Ji Maharaj says that look at the justice of the man, that he is sowing the seeds of the poison, but he is seeking or is expecting to harvest the nectar. Sheikh Farid had also said that a farmer is getting the wool of the sheep woven, but he is expecting the piece of silk, the cloth of silk, and he is sowing the seeds of the bushes, but in return he is expecting to harvest the raisins. How is that possible? ਮਹਲਾ ਦੂਜਾ ਨਾਲ ਏ ਆਣੀ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ। ਹੁਣ ਆਪ ਕਹਿੰਦੇ ਆ ਬੱਚੇ ਨਾਲ ਦੋਸਤੀ ਲਾਈ ਕਦੇ ਵੀ ਰਾਸ ਨਹੀਂ ਆ ਸਕਦੀ, ਕਿਉਂਕਿ ਬੱਚੇ ਨੂੰ ਜਿੰਨੀ ਕੁ ਲਿਆਕਤ ਹੈ, ਜਿੰਨੀ ਕੁ ਉਹਨੂੰ ਅਕਲ ਹੈ, ਓਨਾ ਹੀ ਕਰਨਾ ਹੈ, ਉਹ ਸਾਡੇ ਨਾਲ ਚੱਲ ਸਕਦਾ ਹੈ, ਕਰ ਸਕਦਾ ਹੈ। Now he says that your friendship with a child can never become successful, because whatever qualification he has, whatever competence he has according to his age, he will do the things according to that only, and he can never walk along with us. ਜਿਸ ਤਰ੍ਹਾਂ ਇਹ ਤਾਂ ਇੱਕ ਬਾਹਰਲੀ ਮਿਸਾਲ ਹੈ, ਸਾਡਾ ਮਨ ਵੀ ਜਿਹੜਾ ਹੈ ਉਹ ਇੱਕ ਛੋਟੇ ਬੱਚੇ ਦੀ ਤਰ੍ਹਾਂ ਹੈ ਪਰਮਾਰਥ ਦੇ ਵਿੱਚ। ਕਹਿਣ ਲੱਗੇ ਇਹਦੇ ਨਾਲ ਦੋਸਤੀ ਪਾਉਣ ਵਾਲਾ ਕਦੇ ਵੀ ਆਪਦੇ ਕੰਮ ਨੂੰ ਰਾਸ ਨਹੀਂ ਕਰ ਸਕਦਾਗਾ, ਔਰ ਜੇ ਇੱਕ ਅੱਧੀ ਮਨ ਸਾਨੂੰ ਚੰਗੀ ਵੀ ਕਰਕੇ ਦਿਖਾ ਦੇਗਾ, ਜਿਹੜੀ ਪਹਿਲੀ ਕੀਤੀ ਹੈ ਉਸ ਨੂੰ ਵੀ ਬੇਰਾਸ ਕਰ ਦੇਵੇਗਾ। This is an outer example. In the Sant Mat, our mind is also like that child, and if we become friends with our mind, if we develop friendship with the mind, we can never become successful in it. We can never get along with him, because even if he will do one or two things good, still he will not be able to do all the things good for us, and whatever he has done earlier, he will destroy that also. ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨ ਚੱਲੈ ਕਹੀ ਬਣੇ ਅਰਦਾਸ। ਸ਼ੇਖ ਚਿਲੀ ਜੰਗਲ ਦੇ ਵਿੱਚ ਰਹਿੰਦਾ ਹੁੰਦਾ ਸੀ, ਆਪਣਾ ਭਜਨ ਸਿਮਰਨ ਕਰਦਾ ਸੀਗਾ। ਇੱਕ ਦਿਨ ਕਿਸੇ ਸ਼ਾਹੂਕਾਰ ਨੇ ਦੇਖਿਆ ਕਿ ਇਹ ਰੋਜ਼ ਸ਼ਰਦੀ ਵਿੱਚ ਰਹਿੰਦਾ ਹੈ, ਕਿਉਂ ਨਾ ਇਸ ਦਾ ਪੁੰਨ ਖਟੀਏ, ਮਕਾਨ ਬਣਾ ਦਈਏ। ਉਹ ਕਹਿਣ ਲੱਗਿਆ ਮਹਾਤਮਾ ਜੀ ਤੁਹਾਨੂੰ ਮਕਾਨ ਬਣਾ ਦਈਏ, ਤੁਸੀਂ ਆਰਾਮ ਨਾਲ ਉੱਥੇ ਬੈਠ ਕੇ ਭਜਨ ਸਿਮਰਨ ਕਰ ਲਿਆ ਕਰੋ। ਉਹ ਕਹਿਣ ਲੱਗਿਆ ਜੋ ਤੇਰੀ ਮਰਜ਼ੀ ਹੈ ਉਹ ਤੂੰ ਕਰ ਲੈ। ਉਸ ਨੇ ਮਕਾਨ ਬਣਾ ਦਿੱਤਾ। ਹੁਣ ਉਹ ਰੋਜ਼ ਜੰਗਲ ਦੇ ਵਿੱਚ ਜਾਂਦਾ ਹੁੰਦਾ ਸੀਗਾ, ਸੋਚਿਆ ਕਿ ਮਕਾਨ ਨੂੰ ਮਜ਼ਬੂਤ ਕਰ ਦਈਏ। ਉਹ ਬਾਹਰੋਂ ਇੱਕ ਲੱਕੜੀ ਰੋਜ਼ ਚੁੱਕ ਲਿਆਇਆ ਕਰੇ ਬੜੀ ਭਾਰੀ, ਉਹ ਆ ਕੇ ਮਕਾਨ ਦੇ ਵਿੱਚ ਰੱਖ ਦੇਵੇ। ਰੱਖਦਿਆਂ ਉਹ ਸਾਰਾ ਮਕਾਨ ਭਰ ਗਿਆ। ਇੱਕ ਦਿਨ ਸਰਦੀ ਦੇ ਦਿਨ ਸੀ, ਬਾਰਿਸ਼ ਹੋ ਰਹੀ ਸੀ। ਸ਼ੇਖ ਚਿਲੀ ਬਾਹਰ ਬਾਰਿਸ਼ ਦੇ ਵਿੱਚ ਭਿੱਜ ਰਿਹਾ ਸੀਗਾ। ਕਿਸੇ ਨੇ ਆ ਕੇ ਕਿਹਾ ਮਹਾਤਮਾ ਜੀ ਤੁਸੀਂ ਅੰਦਰ ਹੋ ਜਾਓ। ਉਹ ਕਹਿਣ ਲੱਗਿਆ ਦੇਖ ਪਿਆਰਿਆ, ਅਗਰ ਅੰਦਰ ਹੋਣ ਦੀ ਕੋਈ ਜਗ੍ਹਾ ਹੁੰਦੀ ਮੈਂ ਹੋਰ ਲਿਆ ਕੇ ਨਾ ਇਹਦੇ ਵਿੱਚ ਲੱਕੜ ਲਾ ਦਿੰਦਾ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਆ ਤੁਹਾਡੇ ਅੰਦਰ ਪਰਮਾਤਮਾ ਤਾਂ ਆ ਕੇ ਨਿਵਾਸ ਕਰੇਗਾ ਜੇ ਤੁਹਾਡੇ ਅੰਦਰ ਕੋਈ ਖਾਲੀ ਜਗ੍ਹਾ ਹੋਏਗੀ। Sheikh Chilli used to live in the forest. He used to do his bhajan and simran over there. Once a wealthy person saw that this Mahatma does not have any place to live in, and he is doing his bhajan simran just sitting outside. Why not make a house for him? Why not make a home for him? And in that way earn some virtue. So he went to Sheikh Chilli and said that Mahatma ji, I feel like making a home for you.
Sheikh Chili replied that as you please, if you want you can make a home for me. So that wealthy person made a very nice home for Sheikh Chili so that he may do his bhajan and simran comfortably. Sheikh Chili used to go in the forest every day, and he started bringing the pieces of wood and putting in the house, thinking that by putting more pillars in the house he will make it stronger. Once it so happened that he filled the house with all the pillars, and it was very cold one day, it was raining, and Sheikh Chili was standing outside of the home of his house. One person came there and said that, Mahatma ji, why are you standing outside? Why don't you go inside your house? It is very cold and very raining outside. Sheikh Chili replied that, dear one, if I had any place in my home, I would have put one more pillar there. So the meaning of saying this is, as Guru Angad Dev Ji Maharaj here says, that God Almighty will come and reside within you only if you have left some place empty for Him. If you have filled your within with all the worldly things, where is the place for God Almighty to come and reside? ਜਿਸ ਤਰ੍ਹਾਂ ਅਸੀਂ ਕਿਸੇ ਦੀ ਨੌਕਰੀ ਕਰਦੇ ਹਾਂ, ਅਗਰ ਆਪਾਂ ਸਾਹਿਬ ਤੇ ਮਾਲਕ ਦੇ ਉੱਤੇ ਹੁਕਮ ਕਰੀਏ ਕਾਮਯਾਬ ਨਹੀਂ ਹੁੰਦੇ, ਉਹਦੇ ਅੱਗੇ ਬੇਨਤੀ ਕਰੀਏ, ਅਰਦਾਸ ਕਰੀਏ, ਤਦ ਹੀ ਕਾਮਯਾਬ ਹੋ ਸਕਦੇ ਹਾਂ। ਇਸੇ ਤਰ੍ਹਾਂ ਸਾਡਾ ਸਾਹਿਬ ਉਹ ਪਰਮਾਤਮਾ ਹੈ, ਉਹਦੇ ਅੱਗੇ ਅਰਦਾਸ ਹੀ ਕਰਨੀ ਅੱਛੀ ਹੈ, ਹੁਕਮ ਉਸ ਦੇ ਉੱਤੇ ਚਲਾਉਣ ਵਾਲਾ ਕਾਮਯਾਬ ਨਹੀਂ ਹੁੰਦਾਗਾ। If we are working for someone, and if we go on ordering him around, if we go on giving him the orders, we can never become successful. He will fire us. We should always request him, we should always be humble in front of him. Only then we can gain his pleasure. In the same way, we are the servants of God Almighty, and we can become successful only if we go on requesting to him, and only if we go on praying to him. ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਆਪ ਕਹਿੰਦੇ ਕੂੜ ਨਾਲ ਪਿਆਰ ਪਾਉਣ ਨਾਲ ਕੂੜੇ ਹੋਣਾ ਪੈਂਦਾ ਹੈ, ਔਰ ਅਗਰ ਅਸੀਂ ਸੱਚੀ ਸਿਫਤ ਉਸ ਪਰਮਾਤਮਾ ਦੀ ਕਰੀਏ ਤਾਂ ਸਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। Now he says that by loving the dirt, we also have to become dirt. He says that we can get the real happiness only if we sing the glory of God Almighty. ਮਹਲਾ ਦੂਜਾ। ਨਾਲ ਇਆਣੀ ਦੋਸਤੀ, ਵਡਾਰੂ ਸਿਉ ਨੇਓ, ਪਾਣੀ ਅੰਦਰ ਲੀਕ ਜਿਉ, ਤਿਸ ਦਾ ਥਾਉ ਨਾ ਥੇਓ। ਆਪ ਕਹਿੰਦੇ ਜਿਸ ਤਰ੍ਹਾਂ ਛੋਟੇ ਬੱਚੇ ਨਾਲ ਦੋਸਤੀ ਪਾਈਏ ਔਰ ਵੱਡੇ ਆਦਮੀ ਨਾਲ ਦੋਸਤੀ ਪਾਈਏ, ਕਹਿਣ ਲੱਗੇ ਗਰੀਬ ਦੀ ਦੋਸਤੀ ਨੂੰ ਵੱਡਾ ਆਦਮੀ ਸਮਝ ਹੀ ਨਹੀਂ ਸਕਦਾਗਾ ਕਿ ਮੇਰੇ ਨਾਲ ਪਿਆਰ ਕਰਦਾ ਹੈ। ਇਹ ਦੋਨੇ ਚੀਜ਼ਾਂ ਇਸ ਤਰ੍ਹਾਂ ਹਨ, ਜਿਸ ਤਰ੍ਹਾਂ ਆਪਾਂ ਪਾਣੀ ਦੇ ਅੰਦਰ ਲਕੀਰ ਖਿੱਚ ਦਈਏ, 1 ਸਕਿੰਟ ਬਾਅਦ ਹੀ ਕਿ ਉਸੇ ਟਾਈਮ ਹੀ ਦੇਖ ਲਓ ਤੁਸੀਂ, ਉਹ ਲਕੀਰ ਨਾਲ ਦੀ ਨਾਲ ਹੀ ਖਤਮ ਹੋ ਜਾਂਦੀ ਹੈ। Now he says that to make a child your friend is like drawing a line in the water. You know that the line which you have drawn in the water does not remain there. Just in a moment, in a second, it goes away when the water moves. In the same way, the friendship which you may develop with a child or with an ignorant person can never last. ਸਾਡਾ ਮਨ ਵੀ ਇੱਕ ਬੱਚੇ ਦੀ ਤਰ੍ਹਾਂ ਹੀ ਹੈ, ਰੂਹਾਨੀਅਤ ਦੇ ਵਿੱਚ ਇਹ ਬਹੁਤ ਹੀ ਅਣਜਾਣ ਹੈ, ਇਹਨੂੰ ਪਤਾ ਨਹੀਂ। ਵੱਡੇ ਵਿਸ਼ੇ ਬਕਾਰ, ਔਰਤਾਂ ਦੇ ਪਿਆਰ, ਔਰਤਾਂ ਨੂੰ ਮਰਦਾਂ ਦੇ ਪਿਆਰ, ਕਹਿਣ ਲੱਗੇ ਇਹ ਸਾਡੇ ਅੰਦਰ ਇਸ ਤਰ੍ਹਾਂ ਦੀ ਅੱਗ ਪੈਦਾ ਕਰ ਦਿੰਦੇ ਹੈ ਵਿਸ਼ੇ ਭੋਗ, ਕਿ ਜਿਹੜੀ ਕਦੇ ਵੀ ਸਮਾਪਤ ਹੋਣ ਵਾਲੀ ਅਗਨੀ ਨਹੀਂ ਹੁੰਦੀਗੀ। ਕਿਸੇ ਵੀ ਵਿਸ਼ੇ ਦਾ ਤੁਸੀਂ ਸਵਾਦ ਲੈ ਕੇ ਦੇਖੋ, 1 ਸਕਿੰਟ ਬਾਅਦ ਉਹ ਤੁਹਾਨੂੰ ਭੁੱਲ ਜਾਂਦੇ ਹੈ, ਹੋਰ ਭਟਕਣਾ ਲੱਗ ਜਾਂਦੀ ਹੈ। ਉਹੀ ਪਾਣੀ ਵਾਲੀ ਲਕੀਰ ਦੀ ਗੱਲ ਹੈ, ਬਸ ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦੀ ਹੈ। Our mind is like a child in the spirituality. He is an ignorant one. He is unknown to all the high things of the spirituality, and that is why all the passions, all the pleasures which are the desires of which are created in the mind, we get involved in them. The men love the women love the man, and then they get indulged, they indulge with each other,
and you know that all these passions, all these pleasures, after you have indulged in them, after a moment you do not find any pleasure from them, and their impressions or their effect is erased, just like the line in the water goes away. ਮਹਾਤਮਾ ਸਾਨੂੰ ਦੱਸਦੇ ਆ ਪੰਜੇ ਵਿਸ਼ੇ ਭਗੇਂਦਿਆਂ ਉਮਰ ਗਵਾਈ ਯਾਰ ਇਹ ਮਨ ਨਾ ਰਜਿਆ ਤੇ ਹੁਣ ਕਦ ਰਜਸੀ ਯਾਰ Mahatmas tell us that, oh friend, indulging in the 5 passions, you have spent all your life and still your mind has not get any contentment. If he has not got any contentment up until now, when he will get content? ਮਹਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨ ਸਕੈ ਰਾਸ ਜੇ ਇੱਕ ਅਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚਾਕਰ ਲਗੈ ਚਾਕਰੀ ਜੇ ਚੱਲੇ ਖਸਮੈ ਪਾਏ ਉਹ ਮੈਂ ਪਹਿਲਾਂ ਹੀ ਦੱਸਦਾ ਸੀ ਆਣੇ ਮਨ ਹਾਂ ਭਾਈ ਇਹ ਪੌੜੀ ਹਾਂ ਭਾਈ ਗੁਰੂ ਸਾਹਿਬ ਸਾਨੂੰ ਪਿਆਰ ਦੇ ਨਾਲ ਦੱਸਦੇ ਆ ਕਿਹੜਾ ਨੌਕਰ ਆਦਰ ਪਾਉਂਦਾ ਮਾਨ ਪਾਉਂਦਾ ਹੈ ਜੋ ਆਪਣੇ ਖਸਮ ਦਾ ਸਾਹਿਬ ਦਾ ਮਾਲਕ ਦਾ ਆਖਿਆ ਮੰਨਦਾ ਹੈ ਜਿੱਧਰ ਨੂੰ ਉਹਦੀ ਰੁਚੀ ਜਾਂਦੀ ਹੈ ਉਹੀ ਕੰਮ ਕਰਦਾ ਹੈ ਸੇਵਕ ਦਾ ਸਤਸੰਗੀ ਦਾ ਵੀ ਉਹੀ ਭਜਨ ਸਿਮਰਨ ਕਾਰੋਬਾਰ ਮਨਜ਼ੂਰ ਹੁੰਦਾ ਹੈ ਜੋ ਸਾਨੂੰ ਸੰਤ ਸਤਿਗੁਰੂ ਵਾਰ-ਵਾਰ ਸਮਝਾਉਂਦੇ ਹੈ ਕਿ ਤੁਹਾਡਾ ਜਾਨੀ ਦੁਸ਼ਮਣ ਮਨ ਹੈ ਔਰ ਇਹ ਅੰਦਰੋਂ ਵਕੀਲ ਦੀ ਤਰ੍ਹਾਂ ਤੁਹਾਨੂੰ ਪ੍ਰੇਰ ਕੇ ਵਿਸ਼ੇ ਬਕਾਰਾਂ ਦੇ ਵਿੱਚ ਲਾਉਂਦਾ ਹੈ ਐਸੀ ਅਗਨੀ ਪੈਦਾ ਕਰਦਾ ਹੈ ਕਿ ਜਿਹਦੇ ਵਿੱਚ ਤੁਸੀਂ ਕਦੇ ਤ੍ਰਿਪਤੀ ਨਾ ਹੋ ਸਕੋ ਇਸ ਵਾਸਤੇ ਉਹ ਕੰਮ ਕਰੋ ਸੰਤ ਕਹਿੰਦੇ ਆ ਜਿਹੜੀ ਉਸ ਪਰਮਾਤਮਾ ਨੂੰ ਅੱਛੀ ਲੱਗੇ ਗੁਰੂ ਨੂੰ ਅੱਛੀ ਲੱਗੇ ਉਹ ਹੈ ਭਜਨ ਸਿਮਰਨ ਨਾਮ ਦੀ ਕਮਾਈ Now Guru Sahib lovingly tells us that which servant gets the glory, which servant gets honored by his employer. Only he who pleases his employer, only he who does according to the instructions and the commandments of his employer. So that is why here he says that only that disciple, only that satsangi gets the honor and glory from the master, he who does his bhajan and simran, and he who always understands the teachings of the masters. Masters always lovingly tell us that mind is such a thing that he creates such a fire within you of the passions that in that fire you get consumed and you never get any contentment. So that is why lovingly he says that the disciples, the satsangis, should do only those things which may please the master, and whatever the master has told them to do, if they are doing only that thing, only then they can please the master. ਹੁਰਮਤ ਤਿਸਨੋ ਅਗਲੀ ਉਹ ਵਜੋ ਬੇਦੂਣਾ ਖਾਏ ਕਹਿਣ ਲੱਗੇ ਉਸ ਨੂੰ ਪਹਿਲੀ ਨੌਕਰੀ ਤਾਂ ਮਿਲਣੀ ਹੈ ਜਿਹਦੇ ਉੱਤੇ ਉਹ ਲੱਗਿਆ ਹੈ ਮਾਲਕ ਖੁਸ਼ ਹੋ ਕੇ ਉਹਨੂੰ ਹੋਰ ਵੀ ਇਨਾਮ ਦੇ ਦਿੰਦਾ ਹੈ He says that if the servant pleases his employer, he will definitely get the wages, the salary for the work he is doing. But if he is pleasing his employer, his master, he may even get more prize and more rewards from his employer. ਮੈਂ ਸਦਾ ਹੀ ਉਸ ਪਰਮਾਤਮਾ ਕਿਰਪਾਲ ਦਾ ਧੰਨਵਾਦ ਕਰਦਾ ਹੁੰਦਾ ਕਿ ਮੇਰੇ ਬੜੇ ਉੱਚੇ ਭਾਗ ਸਨ ਜਿਹੜਾ ਮੈਂ ਉਸ ਦਾ ਹੁਕਮ ਮੰਨ ਸਕਿਆ ਜਦ ਮਾਨਵ ਏਕਤਾ ਸੰਮੇਲਨ ਕੀਤਾ ਹੈ ਉਦੋਂ ਪਹਿਲੇ ਹੀ ਉਸ ਦਿਆਲੂ ਨੇ ਮੈਨੂੰ ਇਸ ਜਗ੍ਹਾ ਵਿੱਚ ਬਿਠਾਇਆ ਸੀਗਾ ਔਰ ਜਦ ਮਾਨਵ ਏਕਤਾ ਸੰਮੇਲਨ ਹੋਣਾ ਸੀ ਕੁਛ ਆਦਮੀ ਆਪਣੀ ਹੀ ਵਾਹ ਦੀ ਖਾਤਰ ਮੈਨੂੰ ਲੈਣ ਵਾਸਤੇ ਆਏ ਕਿ ਤੁਸੀਂ ਚੱਲੋ ਉੱਥੇ ਬੜੇ ਲੋਕ ਬਾਹਰੋਂ ਆ ਰਹੇ ਹੈ ਔਰ ਕਿਉਂਕਿ ਮੇਰੇ ਗੁਰੂਦੇਵ ਨੇ ਮੈਨੂੰ ਇਹ ਕਿਹਾ ਸੀ ਕਿ ਦੇਖ ਵੀ ਪਿਆਰਿਆ ਤੇਰਾ ਕੰਮ ਹੈ ਭਜਨ ਸਿਮਰਨ ਕਰਨਾ ਜਿੱਥੇ ਮੈਂ ਬਿਠਾ ਗਿਆ ਹੈ ਬੈਠੇ ਰਹਿਣਾ ਹੈ ਜਦ ਜ਼ਰੂਰਤ ਹੋਏਗੀ ਮੈਂ ਖੁਦ ਹੀ ਆਉਂਗਾ ਉਹ ਆਉਂਦਾ ਰਿਹਾ ਮੈਂ ਉਹਨਾਂ ਪ੍ਰੇਮੀਆਂ ਤੇ ਸਵਾਲ ਕੀਤਾ
ਕਿ ਬਈ ਕੀ ਤੁਹਾਨੂੰ ਮੇਰੇ ਗੁਰੂਦੇਵ ਨੇ ਕਿਹਾ? ਉਹ ਕਹਿੰਦੇ ਉਹਨਾਂ ਨੇ ਤਾਂ ਨਹੀਂ ਕਿਹਾ, ਅਸੀਂ ਤੈਨੂੰ ਲਿਜਾਣਾ ਚਾਹੁੰਦੇ ਆ, ਤੇਰਾ ਉੱਥੇ ਹਰ ਤਰ੍ਹਾਂ ਦਾ ਇੰਤਜ਼ਾਮ ਕਰਾਂਗੇ, ਸੇਵਾ ਕਰਾਂਗੇ। ਲੇਕਿਨ ਮੈਂ ਕਿਹਾ ਬਿਲਕੁਲ ਐਸਾ ਹੋ ਨਹੀਂ ਸਕਦਾ, ਮੈਂ ਆਪਣੇ ਗੁਰੂ ਨੂੰ ਉੱਚਾ ਸਮਝਦਾ ਹੈ। ਇੱਥੇ ਲਾਲਾ ਜੀ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਜਾਂਦੇ ਤਾਂ ਅਜੀਤ ਸਿੰਘ ਨੂੰ ਭੇਜ ਦਿੰਦੇ ਹੈ। ਮੈਂ ਕਿਹਾ ਨਹੀਂ, ਮੈਂ ਬਿਲਕੁਲ ਜਾਊਂਗਾ ਨਹੀਂ, ਭਾਵੇਂ ਇਤਨੇ ਹੋਰ ਵੀ ਬੰਦੇ ਆ ਜਾਣ, कितने भी लैन वास्ते आ जान, गुरु का हुक्म अटल है, जो उन्हें कह दिता पहला मेरा धर्म है उस नूं करां। अगर असी गुरु का कहा मन लईए, गुरु के कहे मुताबिक तुर पईए, वो दयालु दया करके अपनियां सारियां बरकतां लैके साडे विच बैठ जाता है। जो सत्संगी दे हिस्से दा है वो तो मिलना ही मिलना है, लेकिन वो अपना कमाया धन भी सानू दे जाता है। I am very grateful to my beloved Master Gurudev Kirpal, with whose grace I was able to carry out the orders which he gave to me of doing the bhajan and simran. Before he did the Unity of Man conference, he had told me to sit here and do the meditation. He made me sit here for the bhajan and simran, and he told me that I am not supposed to come out and I should not go to see him. Whenever he would want, whenever he would feel the need, he himself will come here to give me the darshan. When the Unity of Man conference was being held, some dear ones came and they told me that they wanted to take me to attend that conference, and they told me that many people from abroad are also coming and there will be a lot of people there, and you should come with us and we will make all the good arrangements for you, we will take very good care of you. But I told them that, dear ones, did my master send you here to take me there? They told me that no, he didn't say, but we want you to come with us. I told them that no, dear ones, this can never happen, because whatever orders my master has given to me, it is my first duty to carry out those. I will not go with you, even though many more people come to take me, but still I will not go there, because for me the orders of my master are more precious, and for me my master is higher than everybody. Lalaji, who used to live here, who lives here with me, he told me that if you don't want to go alone, I can send my son Ajit Singh with you. I told him that no, I don't want to go there, because my work is to obey the commandments of my master, and my master has told me that I should not go anywhere, I should not come to attend any conference, and I should just sit here, do the work of bhajan and simran. And this is the work which my master has given to me, and I am happy just sitting here and doing the work. So I mean to say that if you give first importance to your master's orders, and if you carry out the orders of the master, then you will definitely get the benefit of what you are doing. You will definitely get the reward of the efforts you are making. But if you have become successful in carrying out the orders of your master, then master himself will also sit within you, taking all the riches, taking all the prosperities. He himself will manifest within you. और मुंशी राम पुराना हजूर ਦਾ ਸਤਸੰਗੀ ਸੀਗਾ, 23 PS ਦਾ ਬਚਨ ਸਿੰਘ ਪ੍ਰੇਮੀ ਨਾਲ ਇੱਕ ਦਿਨ ਗੱਲਾਂ ਕਰਨ ਲੱਗਿਆ। ਉਹ ਪੁੱਛਣ ਲੱਗਿਆ ਕਿਤੇ ਕਿ ਮਹਾਰਾਜ ਕਿਰਪਾਲ ਜੀ ਕਦ ਇੱਥੇ ਗੰਗਾ ਨਗਰ ਚਾਹੁੰਗੇ। ਉਹ ਹੱਸ ਕੇ ਕਹਿਣ ਲੱਗਿਆ ਕਿ ਸੰਤ ਅਜੈਬ ਸਿੰਘ ਦੇ ਵਸ ਵਿੱਚ ਹੈ, ਉਹ ਚਾਹਣ ਤਾਂ ਉਸ ਨੂੰ ਭਗਵਾਨ ਨੂੰ ਵੇਚ ਵੀ ਸਕਦੇ ਹੈ। ਔਰ ਹਾਲਾਂਕਿ ਮੈਂ ਹਜ਼ੂਰ ਦੇ ਲੋਕਾਂ ਦੀ ਤਰ੍ਹਾਂ ਅੱਗੇ ਪਿੱਛੇ ਨਹੀਂ ਭੱਜਿਆ, ਮੈਂ ਦਿੱਲੀ ਨਹੀਂ ਗਿਆ, ਜਿੱਥੇ ਮੈਨੂੰ ਉਸ ਨੇ ਬਿਠਾਇਆ ਆਪਦੀ ਆਗਿਆ ਦੇ ਕੇ ਮੈਂ ਉੱਥੇ ਬੈਠਾ ਰਿਹਾ। ਲੇਕਿਨ ਪਿਆਰ ਦੀਆਂ ਚਰਚਾ ਲੋਕਾਂ ਦੇ ਜਵਾਨ ਦੇ ਉੱਤੇ ਇਸ ਤਰ੍ਹਾਂ ਸਨ ਕਿ ਉਹ ਪ੍ਰਮਾਤਮਾ ਕਿਰਪਾਲ ਇਹਦੇ ਪਿਆਰ ਵਿੱਚ ਫਸ ਚੁੱਕਿਆ ਹੈ। ਔਰ ਮੈਨੂੰ ਵੀ ਮੇਰੀ ਫੈਮਿਲੀ ਦੇ ਲੋਕ ਇਹ ਕਹਿੰਦੇ ਸੀਗੇ ਕਿ ਇਸ ਦੇ ਸਿਰ ਵਿੱਚ ਕਿਰਪਾਲ ਨੇ ਜਾਦੂ ਧੂੜ ਦਿੱਤਾ ਹੈ। ਇਹ ਵੀ ਕਹਿੰਦੇ ਸੀ ਕਿ ਤੇਰੇ ਬਿਜਲੀ ਜਾ ਕੇ ਲਵਾ ਲਿਆਉਂਦੇ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਅਗਰ ਸਿੱਖ ਦੇ ਅੰਦਰ ਸੱਚਾ ਪਿਆਰ ਹੈ, ਸੱਚੀ ਮੁਹੱਬਤ ਹੈ, ਤਾਂ ਉਹ ਗੁਰੂ ਦੀ ਕਮਾਈ ਵੀ ਪ੍ਰਾਪਤ ਕਰ ਲੈਂਦਾ ਹੈ। ਗੁਰੂ ਉਹਨੂੰ ਦੇਣ ਲੱਗਿਆ ਝਕਦਾ ਨਹੀਂਗਾ, ਉਹਨੂੰ ਪਤਾ ਹੈ ਕਿ ਇਹ ਮੇਰੀ ਕਮਾਈ ਨੂੰ ਬੜਾ ਸਾਂਭ ਕੇ ਰੱਖੇਗਾ, ਸੇਫ ਵਿੱਚ ਰੱਖੇਗਾ ਔਰ ਇਸ ਦੀ ਕਦਰ ਕਰੇਗਾ। When Munshi Ram, a long time initiate of Master Kirpal Singh, asked Bachan Singh of 23 PS that when Master Kirpal would be coming to Sri Ganganagar, he replied that Master Kirpal is in the control of Ajaib Singh, and whenever he would want, he can bring him there. You see that I did not run after Master Kirpal Singh Ji outwardly. I did not remain around him so much outwardly, physically, and I did not go to see him
so many times. Whenever he wanted, he himself came to see me. He himself gave me his darshan. But still, because of carrying out his orders, whatever he had told me to do, he gave me the orders of doing the bhajan and simran, and with his grace I was able to do that. Only because of following his orders, he gave me so much love that everyone was talking about the love, and everyone was saying that I have controlled him in my love. And this is why my family members also used to say that Kirpal Singh has done some kind of magic on Ajaib Singh. Maybe he has put some magic on his head. That is why that is why they had even offered to take me to the doctors, and they even had offered to give me the electric shocks because they thought that I had gone crazy. So I mean to say that if you have obeyed the orders of your master, then you definitely get the reward for doing your meditation. Plus you also get the meditation of your master, because the master does not hesitate in giving away his own earnings to such a disciple for whom he knows that he will protect his earnings, he will keep that in the safe. And that is why if you are obeying the orders of the master, you get the fruit, the result of your rewards, as well as the meditation of your master. खसम करे बराबरी फिर गैरत अंदर पाए वजह गवाए अगला मोहे मोहे पाना खाए। ਆਪ ਕਹਿਣ ਲੱਗੇ ਉਸ ਮਾਲਕ ਦੀ ਸਾਹਿਬ ਦੀ ਬਰਾਬਰੀ ਕਰਨ ਵਾਲਾ ਨੌਕਰ ਕਦੇ ਵੀ ਸ਼ੋਭਾ ਨਹੀਂ ਪਾ ਸਕਦਾ, ਕੁਝ ਪ੍ਰਾਪਤ ਨਹੀਂ ਕਰ ਸਕਦਾਗਾ। ਕਦੇ ਕਦੇ ਉਹ ਮੋਹ ਪਾਣਾ ਖਾਏ, ਕਦੇ ਕਦੇ ਉਹ ਜੁੱਤੀਆਂ ਦੀ ਸਜ਼ਾ ਵੀ ਪ੍ਰਾਪਤ ਕਰ ਲੈਂਦਾ ਹੈ। Now he says that the servant who tries to compete with the master, who tries to say that he is equal to the master, he can never get any glory and honor, and sometimes he even gets humiliated. जिस दा देता खावना तिस कहिए शाबाश नानक हुक्म ना चलई नाल खसम चले अरदास। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਤੁਹਾਨੂੰ ਉਸ ਪਰਮਾਤਮਾ ਨੇ ਬੜੀਆਂ ਵਸਤੂ ਦਿੱਤੀਆਂ ਹਨ, ਕਿਹੜੇ ਮੇਵੇ ਦਿੱਤੇ ਹੈ ਖਾਣ ਵਾਸਤੇ ਜੀਵ ਨੂੰ, ਕਿਤਨੇ ਸੋਹਣੇ ਅੰਗ ਦਿੱਤੇ ਹੈ, ਮੁਫਤ ਦੇ ਵਿੱਚ ਅੱਖਾਂ ਦਿੱਤੀਆਂ ਹਨ, ਨੱਕ ਮੂੰਹ ਲੱਤਾਂ ਤੁਰਨ ਵਾਸਤੇ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਉਹਨੇ ਸਾਨੂੰ ਨਹੀਂ ਦਿੱਤੀ। ਲੇਕਿਨ ਆਪ ਕਹਿਣ ਲੱਗੇ ਅਸੀਂ ਨਾ ਸ਼ੁਕਰੇ ਹੁੰਨੇ ਆ, ਕਦੇ ਵੀ ਉਹਦਾ ਧੰਨਵਾਦ ਨਹੀਂ ਕੀਤਾ ਕਿ ਤੂੰ ਸਾਨੂੰ ਇੰਨਾ ਕੁਝ ਦੇ ਰਿਹਾ ਹੈ। ਕਹਿਣ ਲੱਗੇ ਉਸ ਪਰਮਾਤਮਾ ਦੇ ਉੱਤੇ ਹੁਕਮ ਨਹੀਂ ਸੋਭਾ ਪਾਉਂਦਾਗਾ, ਅਸੀਂ ਹੁਕਮ ਕਰ ਨਹੀਂ ਸਕਦੇਗੇ, ਉਹਦੇ ਅੱਗੇ ਅਰਦਾਸ ਕੀਤੀ ਹੀ ਅਰਾਸ ਆਉਂਦੀ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਈਏ ਜਿਹਨੇ ਸਾਡੇ ਉੱਤੇ ਬੜੀ ਭਾਰੀ ਦਇਆ